ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰਾਂ ਦੀ ਬਖਸ਼ਿਸ਼ ਪਾਵਨ ਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਸੀਮਤ ਹੈ, ਇਸ ਲਈ ਮੈਂ ਮੰਗਲਾਚਰਨ ਬਹੁਤਾ ਲੰਬੀਰਾ ਨਹੀਂ ਕਰ ਸਕਦਾ। ਦੁਨੀਆ ਦੇ ਵਿੱਚ ਹਰ ਇਨਸਾਨ ਦੋ ਤਰ੍ਹਾਂ ਦਾ ਜੀਵਨ ਜੀ ਰਿਹਾ ਹੈ। ਇੱਕ ਬਸੰਤ ਹੈ, ਇੱਕ ਬਸੰਤਰ ਹੈ। ਬਸੰਤ ਖੇੜਾ ਹੈ, ਬਸੰਤ ਖੇੜਾ ਹੈ, ਬਸੰਤਰ ਸੜਨਾ ਹੈ। ਬੜੇ ਧਿਆਨ ਨਾਲ ਸੁਣਨਾ ਜੀ। ਦੁਨੀਆ ਦੇ ਵਿੱਚ ਹਰ ਇਨਸਾਨ ਦੀ ਜ਼ਿੰਦਗੀ 'ਚ ਦੋ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਹੈ। ਇੱਕ ਬਸੰਤ ਹੈ, ਇੱਕ ਬਸੰਤਰ ਹੈ। ਬਸੰਤ ਖੇੜੇ ਨੂੰ ਕਿਹਾ ਜਾਂਦਾ ਹੈ, ਬਸੰਤਰ ਅੱਗ ਨੂੰ ਕਿਹਾ ਜਾਂਦਾ ਹੈ। ਉਹ ਕਿਵੇਂ ਹੈ? ਫਤਿਹ ਬੁਲਾਉਂਦੇ ਹਾਂ ਅਸੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇੱਕ ਤਰਫ ਖਾਲਸਾ ਹੈ, ਇੱਕ ਤਰਫ ਫਤਿਹ ਹੈ, ਵਿਚਕਾਰ ਦੋ ਵਾਰੀ ਵਾਹਿਗੁਰੂ ਆਇਆ ਹੈ। ਆਖੋ ਸਤਿਨਾਮ ਸ੍ਰੀ। ਖਾਲਸੇ ਨੇ ਵਾਹਿਗੁਰੂ ਨਾਲ ਜੁੜਨਾ ਹੈ ਤੇ ਵਾਹਿਗੁਰੂ ਜਿਹੜਾ ਹੈ ਉਹ ਫਤਿਹ ਨਾਲ ਜੁੜਿਆ ਹੋਇਆ ਹੈ, ਜਾਂ ਫਤਿਹ ਵਾਹਿਗੁਰੂ ਨਾਲ ਜੁੜੀ ਹੋਈ ਹੈ। ਬੜੇ ਧਿਆਨ ਨਾਲ ਸੁਣਨਾ। ਆ ਕਿੰਨਾ ਪਿਆਰਾ ਬਚਨ ਹੈ ਗੁਰੂ ਅੰਗਦ ਪਾਤਸ਼ਾਹ ਜੀ ਦਾ। ਨਾਨਕ ਤਿਨਾ ਬਸੰਤ ਹੈ, ਬਸੰਤ ਮੈਨੇ ਖੇੜਾ, ਜਿਨ ਘਰ ਵਸਿਆ ਕੰਤ। ਤਿੰਨਾਂ ਦੀ ਖੇਡ ਹੈ, ਬਸੰਤ, ਕੰਤ ਤੇ ਜਲੰਤ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ, ਫਿਰ ਦੋ ਵਾਰ ਕੰਤ ਆਇਆ। ਕੰਤ ਮੈਨੇ ਮਾਲਕ, ਖਸਮ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਔਰ ਫਤਿਹ ਵਿਚਕਾਰ ਦੋ ਵਾਰੀ ਵਾਹਿਗੁਰੂ ਆਇਆ। ਖਾਲਸਾ, ਜੇ ਤੂੰ ਦੁਨੀਆ 'ਚ ਫਤਿਹ ਚਾਹੁੰਦਾ ਤੇ ਤੂੰ ਵਾਹਿਗੁਰੂ ਦੇ ਨਾਲ ਜੁੜ, ਕਿਉਂਕਿ ਜਿੱਥੇ ਵਾਹਿਗੁਰੂ ਹੈ ਉੱਥੇ ਫਤਿਹ ਹੈ। ਆਖੋ ਸਤਿਨਾਮ ਸ੍ਰੀ। ਨਾਨਕ ਤਿਨਾ ਬਸੰਤ ਹੈ। ਹੇ ਭਾਈ, ਉਹਨਾਂ ਦੇ ਜੀਵਨ ਵਿੱਚ ਬਸੰਤ ਹੈ, ਖੇੜਾ ਹੈ। ਕਿਹਨਾਂ ਦੇ? ਜਿਨ ਘਰ ਵਸਿਆ ਕੌਣ ਜੀ? ਕੰਤ। ਜੇ ਘਰ ਵਿੱਚ ਕੰਤ ਨਹੀਂ ਹੈ, ਜਿਨ ਕੇ ਕੰਤ ਦਿਸਾਪੁਰੀ ਸੇ ਅਹਨਸ ਫਿਰੇ ਜਲੰਤ। ਜਲੰਤ ਕੀ ਆ? ਅੱਗ। ਜਲਦੇ ਪਏ ਨੇ, ਸੜਦੇ ਪਏ ਨੇ। ਔਰ ਜਿੰਨਾ ਚਿਕਰ ਸਾਡੇ ਜੀਵਨ ਦੇ ਵਿੱਚ ਉਹ ਕੰਤ, ਉਹ ਪਰਮੇਸ਼ਰ ਵਾਹਿਦ ਆਪ ਵਰਤਦਾ ਪਿਆ, ਸਾਡੇ ਜੀਵਨ ਵਿੱਚ ਬਸੰਤ ਹੋਵੇਗੀ। ਜੇ ਉਹ ਵਾਹਿਗੁਰੂ ਨਾ ਹੋਵੇਗਾ ਤੇ ਸਾਡੇ ਜੀਵਨ 'ਚ ਸਿਰਫ ਬਸੰਤਰ ਹੋਵੇਗੀ। ਅਹਨਸ ਫਿਰੇ ਜਲੰਤ। ਅਸੀਂ ਸਾਰੀ ਉਮਰ ਸੜਦੇ ਰਵਾਂਗੇ, ਸਾਰੀ ਉਮਰ ਸਾਡੇ ਜੀਵਨ ਵਿੱਚ ਦੁੱਖ ਰਵੇਗਾ। ਔਰ ਮੈਂ ਇੱਕ ਘਟਨਾ ਸਾਂਝੀ ਕਰਨਾ ਚਾਹੁੰਦਾ, ਕਿਉਂਕਿ ਦਾਸ ਦੀ ਫਿਤਰਤ ਨਹੀਂ ਹੈ। ਜਿਹੜਾ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਸ ਇਨਸਾਨ ਦੀ ਕਦੇ ਵੀ ਕਦਰ ਨਹੀਂ ਕਰਦਾ ਹੈ। ਧਿਆਨ ਦੇਣਾ, ਇਹ ਗੱਲ ਯਾਦ ਰੱਖ ਲੈਣਾ। ਕੰਤ ਜਿਸ ਘਰ ਵਿੱਚ ਹੈ ਉਹਦਾ ਜੀਵਨ ਕਿਹੋ ਜਿਹਾ? ਜਿਸ ਘਰ ਵਿੱਚ ਕੰਤ ਨਹੀਂ ਹੈ ਉਹਦਾ ਜੀਵਨ ਕਿਹੋ ਜਿਹਾ ਹੈ? ਸਤਿਗੁਰਾਂ ਦੇ ਪਾਵਨ ਬਚਨ, ਜੈ ਹਰ ਸਿਮਰਨ ਭਇਆ ਤਹ ਆਦ ਬਿਆਦ ਉਪਾਦ ਤੀਨੇ ਤਾਪ ਨਿਵਾਰਨ ਹਾਰਾ। ਮਹਾਰਾਜ ਸਮਝਾਉਂਦੇ ਨੇ, ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ।
बडभागी हर जपना जन नानक को गुर एह मत दीनी। गुरु ते गुर विच फर्क हुंदा। आखो सतनाम श्री। गुरु ते गुर विच फर्क है। गुरु टीचर है। स्टूडेंट जिहड़े हुंदे ने, सिखियार्थी जिहड़े हुंदे ने, वो टीचर दे ज्ञान नूं नहीं समझ सकते कि उहदे अंदर किन्ना क ज्ञान है। बड़े ध्यान नाल सुनना। गुरु दी समझ सानू नहीं पै सकती। सानू उन्नी ही समझ पैंदी है जिन्ना गुरु गुर अपने मंत्र नूं ब्लैक बोर्ड ते लिखदा है, बच्चों नूं समझांदा है कि बच्चों आ कुछ करना, इस सवाल नूं इवें कढना। जो बोल रहा समझा रहा वो गुरु है, जो समझाया जा रहा है वो गुर है। पंजाबी दा एक मुहावरा भी गुर बिना गत नहीं ते शाह बिना पत नहीं। अगर साडी जिंदगी दे विच नानक तिना बसंत है जिन घर वसिया कंत, फिर जे साडे हिरदे विच मेरा मालक वसिया होवे, सच करके जानियो ओदा वाल भी कोई विंगा नहीं कर सकता। छोटी जी उदाहरण, जदों आनंदगढ़ के किले नूं घेरा पिया, सिखां दी गिनती 8 तो 10 हज़ार के करीब है। पहाड़ी राजे, 22 धार दे राजे और सूबा सरहंद, सूबा जबरदस्त खान लाहौर और सूबा मलेरकोटला, बाकी मीए चौधरी, पता नहीं किन्नी क फौज इकट्ठी हो गई। वो 8 महीने के घेरे विच कलगीधर पातशाह दे बेअंत सिंह शहादतां दे जाम पी गए। जदों आनंदगढ़ का किला छड्डिया, गुरु गोबिंद सिंह महाराज जी दे सिखां दी गिनती कोई 500 तो ज़्यादा नहीं सी। बड़े ध्यान नाल सुनना। वो 500 के करीब सिंह आनंदगढ़ के किले नूं छड्ड के आए। उन्हां दीयां जंगां हुंदियां पईयां मुगलों के नाल, कदी शाही टिब्बे ते हुई, ध्यान देना, कदी सरसा नदी ते हुई। सरसा नदी ते आंदियां आंदियां भाई उदय सिंह, भाई आलम सिंह नचना, और सरसा नदी नूं पार करदियां ही भाई बजित्र सिंह वर्गे शहादतां दा जाम पी गए। जदों आनंदगढ़ नूं छड्डिया, गिनती 500 है। सरसा नदी ते पहुंचे, गिनती 100 के करीब रह गई। चमकौर की गढ़ी विच पहुंचे, गिनती 40 रह गई। चमकौर की गढ़ी नूं छड्डिया, गिनती 4 रह गई। तो जदों माछीवाड़े की धरती ते महाराज पहुंचे तो उस वेले वो इकल्ले ही सन। आखो सतनाम श्री। उस तो बाद जदों माछीवाड़े के किले जंगल तो बाहर निकलते ने, तो रस्ते दे विच फिर 5000 की फौज उतरी पई और पुछ पड़ताल करते हैं कि पीरे हिंद धन गुरु गोबिंद सिंह महाराज जी तो नहीं, नवी खान ते गनी खान वर्गे उन्होंने महान सूरमिया ने कह दिता नहीं, ये उच्च दे पीर है। महाराज सच्चे पातशाह जी उस घेरे विचों भी निकल जाते हैं, ध्यान देना। और जदों महाराज दीने कांगड़ की धरती ते पहुँचते, उत्थे जाके उन्होंने 123 शेर उच्चारण किए जफरनामा के अंदर, और उन्होंने एको गल आखी सी भी औरंगजेब तू बहुत सियाना, पर तेन एक गल की समझ ना आई। बड़े ध्यान नाल सुनना जी। कदी भी गुरु घर विच आके ये ना क्या करो भी साडियां लंबियां उम्रां होण, माफ कर देना। 90 साल ते 17 दिन की उम्र है औरंगजेब आलमगीर की। आखो सतनाम श्री। 90 साल ते 17 दिन, 9 ते 7 सांझे हो गए। 90 साल ते 17 दिन की उम्र है औरंगजेब आलमगीर की, ते 9 ते 7 साल की उम्र है छोटे साहिबजादियां दी। बड़े ध्यान नाल सुनना जी। हुण जिन्हां दे घर विच कंत वसिया, जिन्हां दे हिरदे विच खेड़ा सी, वो 9 ते 7 साल दी वो महान बाबे निक्कियां उम्रां विच इन्ना कुछ कर गए।
ਅੱਜ 80 ਸਾਲ ਦੇ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਉੱਥੇ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਉਂਦੇ ਨੇ। ਆਖੋ ਸਤਨਾਮ ਸ੍ਰੀ। ਬੜੇ ਧਿਆਨ ਨਾਲ ਸੁਣਨਾ। ਜਿਹਨੂੰ ਨਹੀਂ ਸਮਝ ਆਈ, ਜਿਨ੍ਹਾਂ ਦੇ ਘਰ ਵਿੱਚ ਕੰਤ ਨਹੀਂ ਹੈ, 90 ਸਾਲ ਤੇ 17 ਦਿਨ ਦੀ ਉਮਰ ਉਸ ਔਰੰਗਜ਼ੇਬ ਬਾਦਸ਼ਾਹ ਦੀ, ਤੇ ਉਸ ਜੀਵਨ ਚ ਉਹਨੇ ਕੀਤਾ ਕੀ ਹੈ। 90 ਸਾਲ ਪੂਰੀ ਸਦੀ ਹੁੰਦੀ ਹੈ ਜੀ। ਆਖੋ ਸਤਨਾਮ ਸ੍ਰੀ। 100 ਸਾਲ ਦੀ ਸਦੀ ਹੁੰਦੀ ਹੈ। ਇੱਕ ਇਨਸਾਨ ਸੰਸਾਰ ਵਿੱਚ ਇੱਕ ਸਦੀ ਤੱਕ ਰਿਹਾ, 90 ਸਾਲ ਤੱਕ ਰਿਹਾ। ਉਸ ਨੇ ਆਪਣੇ ਬਾਪੂ ਨੂੰ ਵੀ 8 ਸਾਲ ਕੈਦ ਕੀਤਾ ਆਗਰੇ ਦੇ ਕਿਲੇ ਵਿੱਚ। ਰੋਸ਼ਨਿਆਰਾ ਆਪਣੀ ਭੈਣ ਨੂੰ ਵੀ ਮਰਵਾਇਆ। ਜੇਬੂ ਨਿਸ਼ਾ ਆਪਣੀ ਧੀ ਨੂੰ ਵੀ ਮਰਵਾਇਆ। ਉਸ ਨੇ ਆਪਣੇ ਵੱਡੇ ਭਰਾ ਦਾਰਾ ਸ਼ਿਕੋ ਨੂੰ ਵੀ ਮਰਵਾਇਆ। ਉਸ ਨੇ ਜਿਹੜਾ ਹੈ 16 ਦੇ ਕਰੀਬ ਸੂਫੀ ਸੰਤਾਂ ਦਾ ਕਤਲ ਕਰਵਾਇਆ। ਸਰਮਦ ਦੀ ਦਰਗਾਹ ਅੱਜ ਵੀ ਦਿੱਲੀ ਵਿੱਚ ਹੈ, ਜਿਹੜਾ ਅਲਫ ਨੰਗਾ ਘੁੰਮਦਾ ਸੀ। ਉੱਥੇ ਹੀ ਵਸ ਨਹੀਂ, ਔਗੜਨਾਥ ਵਰਗੇ ਜੋਗੀਆਂ ਦਾ ਵੀ ਕਤਲ ਕਰਾਇਆ। ਤੇ ਹੱਦ ਉਦੋਂ ਹੋ ਗਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਸ਼ਹਾਦਤ ਹੁੰਦੀ ਹੈ। 90 ਸਾਲ ਦੀ ਉਮਰ, ਤੇ ਉਸ ਉਮਰ ਵਿੱਚ ਉਸਨੇ ਕੀਤਾ ਕੀ ਹੈ। 9 ਸਾਲ ਦੀ ਉਮਰ, ਤੇ 9 ਸਾਲ ਦੀ ਉਮਰ ਦੇ ਵਿੱਚ ਉਹ ਪੂਰਨੇ ਪਾ ਕੇ ਚਲੇ ਗਏ। ਤੇ ਅੱਜ ਅਸੀਂ ਜਦੋਂ ਵੀ ਉਹਨਾਂ ਨੂੰ ਯਾਦ ਕਰਦੇ ਆ, ਕਹਿੰਦੇ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ। ਔਰ ਪੰਜਾਬੀ ਕਲਚਰ ਦੇ ਵਿੱਚ ਪਿਓ ਦੇ ਪਿਓ ਨੂੰ ਬਾਬਾ ਕਿਹਾ ਜਾਂਦਾ ਹੈ। ਆਖੋ ਸਤਨਾਮ ਸ੍ਰੀ। ਪੰਜਾਬੀ ਕਲਚਰ ਵਿੱਚ ਪਿਓ ਦੇ ਪਿਓ ਨੂੰ, 80 ਸਾਲ ਦੇ ਬਜ਼ੁਰਗ ਨੂੰ ਬਾਬਾ ਕਿਹਾ ਜਾਂਦਾ। ਜੇ 9 ਸਾਲ ਦੀ ਉਮਰ ਵਿੱਚ ਸਮਝ ਆ ਗਈ ਤੇ ਦੁਨੀਆ ਅੱਜ ਵੀ ਉਹਨਾਂ ਬਾਬਿਆਂ ਨੂੰ ਯਾਦ ਕਰਦੀ ਪਈ ਹੈ। ਜੇ ਨਹੀਂ ਸਮਝ ਆਈ, 90 ਸਾਲ ਦੀ ਉਮਰ ਵੀ ਮਿਲ ਗਈ ਤਾਂ ਉਹ 'ਚ ਅਸੀਂ ਕੀ ਕਰ ਸਕਦੇ ਹਾਂ। ਬੜੇ ਧਿਆਨ ਨਾਲ ਸੁਣਨਾ। ਜ਼ਿੰਦਗੀ ਇੱਕ ਬਸੰਤ ਹੈ, ਇੱਕ ਜਲੰਤ ਹੈ, ਔਰ ਵਿਚਕਾਰ ਦੋਨਾਂ ਦੇ ਕੰਤ ਹੈ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾਪੁਰੀ ਸੇ ਅਹਨਸ ਫਿਰੇ ਜਲੰਤ। ਉਹਨਾਂ ਦੀ ਜ਼ਿੰਦਗੀ 'ਚ ਬਸੰਤ ਨਹੀਂ ਹੈ, ਉਹਨਾਂ ਦੇ ਜੀਵਨ 'ਚ ਬਸੰਤਰ ਹੈ, ਅੱਗ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਗੱਲ ਆਖੀ ਸੀ। ਔਰੰਗਜ਼ੇਬ ਆਲਮਗੀਰ, ਇੱਕ ਗੱਲ ਯਾਦ ਰੱਖ ਲੈਣਾ, ਕਿਸਮਤ ਬੰਦੇ ਦਾ ਇੱਕ ਵਾਰ ਸਾਥ ਦਿੰਦੀ ਹੈ, ਕਿਸਮਤ ਇਨਸਾਨ ਦਾ 2 ਵਾਰ ਸਾਥ ਦਿੰਦੀ ਹੈ। ਦੇਖ, ਤੁਸੀਂ ਅਨੰਦਪੁਰ ਦੀ ਧਰਤੀ ਤੇ ਸਾਨੂੰ 7 ਮਹੀਨੇ 8 ਮਹੀਨੇ ਘੇਰਾ ਪਾਇਆ। ਅਸੀਂ ਉਸ ਘੇਰੇ ਵਿੱਚੋਂ ਵੀ ਨਿਕਲ ਗਏ। ਤੁਸਾਂ ਨੇ ਸਾਨੂੰ ਸਰਸਾ ਨਦੀ ਤੇ ਘੇਰਾ ਪਾਇਆ, ਅਸੀਂ ਉਸ ਘੇਰੇ ਵਿੱਚੋਂ ਵੀ ਨਿਕਲ ਗਏ। ਤੁਸਾਂ ਨੇ ਸਾਨੂੰ ਮਾਛੀਵਾੜੇ ਦੀ ਧਰਤੀ ਤੇ ਘੇਰਾ ਪਾਇਆ, ਅਸੀਂ ਉਸ ਘੇਰੇ 'ਚ ਵੀ ਨਿਕਲ ਗਏ। ਤੁਸਾਂ ਨੇ ਸਾਨੂੰ ਚਮਕੌਰ ਦੀ ਗੜੀ ਵਿੱਚ ਵੀ ਘੇਰਾ ਪਾਇਆ, ਅਸੀਂ ਉਹਦੇ ਵਿੱਚ ਵੀ ਨਿਕਲ ਗਏ। ਔਰੰਗਜ਼ੇਬ ਸੋਚ, ਤੇਰੇ ਕੋਲ ਫੌਜਾਂ ਹੋ ਸਕਦੀਆਂ ਨੇ, ਤੇਰੇ ਕੋਲ ਤੋਪਾਂ ਹੋ ਸਕਦੀਆਂ ਨੇ, ਪਰ ਜੋ ਮਾਲਕ ਸਾਡੇ ਨਾਲ ਹੈ ਉਹ ਤੇਰੇ ਨਾਲ ਨਹੀਂ ਹੋ ਸਕਦਾ। ਧਿਆਨ ਦੇਣਾ। ਉਹ ਵਾਹਿਦ ਪਰਮੇਸ਼ਰ, ਉਹ ਨਿਰੰਕਾਰ, ਉਹ ਵਾਹਿਗੁਰੂ ਸਾਡੇ ਨਾਲ ਹੈ। ਕਿਉਂਕਿ ਜਦੋਂ ਤੱਕ ਉਹ ਮਾਲਕ ਸਾਡੇ ਨਾਲ ਹੈ, ਤੁਰਾ ਤੁਰਕ ਤਾਜੀ ਵੈ ਮਕਰੋ ਰਿਆ, ਮਰਾ ਚਾਰ ਸਾਜੀ ਵੈ ਸਿਦਕੋ ਸਫਾ। ਜਿੰਨਾ ਚਿਕਰੋ ਮਾਲਕ ਸਾਡੇ ਨਾਲ ਹੋਵੇਗਾ, ਅਸੀਂ ਸਿਦਕ ਦੇ ਵਿੱਚ, ਚੜ੍ਹਦੀ ਕਲਾ ਵਿੱਚ ਜਾਵਾਂਗੇ। ਤੇਰੇ ਕੋਲ ਸਭ ਕੁਝ ਹੋ ਸਕਦਾ, ਪਰ ਤੇਰੇ ਕੋਲ ਮਾਲਕ ਨਹੀਂ ਹੈ। ਗੁਰੂ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਲੁਧਿਆਣੇ ਦੀ ਪਹਿਲੀ ਵਾਰ ਸੰਗਤ ਦੇ ਦੀਦਾਰ ਕਰਨ ਦਾ ਮੌਕਾ ਬਖਸ਼ਿਆ। ਸਾਡੇ ਪਰਮ ਸਨਮਾਨਯੋਗ ਸਰਦਾਰ ਅਰਵਿੰਦਰ ਸਿੰਘ ਜੀ ਨੂਰ, ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਕਿੱਥੇ ਉੱਤਰਾਖੰਡ ਹੈ, ਕਿੱਥੇ ਯੂਪੀ ਹੈ, ਕਿੱਥੇ ਰਾਏਪੁਰ ਹੈ। ਸਾਰੇ ਹੀ ਗੁਰਮੁਖਾਂ ਨੂੰ ਇੱਕ ਸਟੇਜ ਤੇ ਇਕੱਠੇ ਕਰ ਦੇਣਾ ਬੜੀ ਵੱਡੀ ਗੱਲ ਹੈ। ਔਰ ਉਹਨਾਂ ਦਾ ਪਿਆਰ ਹੈ ਕਿ ਅਸੀਂ ਰੁਦਰਪੁਰ ਤੋਂ, ਉੱਤਰਾਖੰਡ ਤੋਂ ਚੱਲ ਕੇ ਆਪ ਜੀ ਦੇ ਦੀਦਾਰ ਕਰਨ ਵਾਸਤੇ ਆਏ ਹਾਂ। ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਔਰ ਇਹ ਜੋ ਉਪਰਾਲੇ ਕੀਤੇ ਜਾ ਰਹੇ ਨੇ, ਜਿੱਥੇ ਹੀ ਸਮੂਹ ਪ੍ਰਬੰਧਕ ਕਮੇਟੀ ਜੀ, ਸਾਰੇ ਗੁਰਮੁਖਾਂ ਦਾ, ਸਾਰੀ ਟੀਮ ਦਾ ਧੰਨਵਾਦ ਹੈ। ਜਿੱਥੇ ਗੁਰੂ ਕੇ ਮਹਾਨ ਕੀਰਤਨੀਆਂ ਦਾ ਧੰਨਵਾਦ ਹੈ, ਜਿੱਥੇ ਉੱਚ ਕੋਟੀ ਦੇ
ਇੰਨੇ ਸੋਹਣੇ ਸੋਹਣੇ ਜਿਵੇਂ ਗੁਲਾਬ ਦੇ ਫੁੱਲ ਅਸੀਂ ਇਕੱਠੇ ਕਰਕੇ ਇੱਕ ਮਾਲਾ ਤਿਆਰ ਕਰ ਲੈਂਦੇ ਹਾਂ। ਇਹ ਗੁਰੂ ਕੇ ਮਹਾਨ ਕੀਰਤਨੀਏ ਤੇ ਪ੍ਰਚਾਰਕ ਇਸ ਮੁਕਾਮ ਤੇ ਪਹੁੰਚੇ, ਆਪ ਸਮੂਹ ਸੰਗਤਾਂ ਦੇ ਦੀਦਾਰ ਕੀਤੇ। ਉੱਥੇ ਸਾਡੇ ਹੀ ਪਰਮ ਸਨਮਾਨਯੋਗ ਸਰਦਾਰ ਪਰਵਿੰਦਰ ਸਿੰਘ ਜੀ ਭਾਟੀਆ ਜੋ ਰਾਏਪੁਰ ਤੋਂ ਆਉਂਦੇ ਨੇ ਔਰ ਆਪ ਸਮੂਹ ਸੰਗਤਾਂ ਦੇ ਦੀਦਾਰ ਕਰਦੇ ਨੇ, ਜਥਿਆਂ ਨੂੰ ਪ੍ਰਚਾਰਕਾਂ ਨੂੰ ਬੜਾ ਮਾਣ ਬਖਸ਼ਦੇ ਨੇ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਵਿਸ਼ੇਸ਼ ਧੰਨਵਾਦ। ਸਾਡੇ ਪਰਮ ਸਨਮਾਨਯੋਗ ਜੋ ਸਾਰੀ ਟੀਮ ਮੀਡੀਆ ਵਾਲੇ ਲੱਗੇ ਹੋਏ ਨੇ ਜਾਂ ਹੋਰ ਸੇਵਾਵਾਂ ਕਰ ਰਹੇ ਨੇ, ਪ੍ਰਬੰਧਕ ਕਮੇਟੀ ਲੱਗੀ ਹੋਈ ਹੈ, ਹੋਰ ਜਥੇਬੰਦੀਆਂ, ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀਓ। ਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ ਮਹਾਰਾਜ। ਭਾਈ ਗੁਰਵਿੰਦਰ ਸਿੰਘ ਜੀ, ਭਾਈ ਬਲਰਾਜ ਸਿੰਘ ਜੀ ਔਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਮੇਰੇ ਵੱਡੇ ਵੀ ਸਰਬਜੀਤ ਸਿੰਘ ਜੀ, ਆਪ ਜੀ ਦਾ ਵੀ ਧੰਨਵਾਦ। ਪੁੱਲ ਚੁੱਕ ਦੀ ਖਿਮਾ, ਫਤਿਹ ਦਾ ਜਵਾਬ ਫਤਿਹ ਦੇਣਾ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਤਿਨਾ ਬਸੰਤ ਹੈ, ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ। ਜਿਨ੍ਹਾਂ ਹਿਰਦਿਆਂ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਉੱਥੇ ਬਸੰਤ ਹੀ ਬਸੰਤ ਹੈ। ਐਸੀਆਂ ਪਿਆਰ ਵਾਲੀਆਂ ਰੂਹਾਂ ਗੁਰੂ ਘਰ ਦੇ ਕਥਾਵਾਚਕ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਰੁਦਰਪੁਰ, ਜਿਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ।